ਸ਼ਰਮਾ ਜੀ, ਗੱਲ ਕਰੀਏ ਜ਼ੁਬਾਨ ਦੇ ਰਸ ਦੀ। ਜ਼ੁਬਾਨ ਦੇ ਰਸ ਨੂੰ ਲੈ ਕੇ ਇੱਕ ਕਹਾਣੀ ਨਿੱਕੇ ਹੁੰਦੇ ਸੁਣਦੇ ਆ ਰਹੇ ਹਾਂ ਵੀ ਰਾਹਗੀਰ ਰਾਤ ਕੱਟਣ ਗਿਆ ਸੀ ਤੇ ਬੈਠਾ ਬੈਠਾ ਮਾਈ ਕਹਿੰਦੀ ਵੀ ਰੋਟੀਆਂ ਖਾ ਲਾ ਭਾਈ। ਤੇ ਬੈਠਾ ਬੈਠਾ ਕਹਿੰਦਾ ਮਾਈ ਬਾਹਰ ਤੁਹਾਡਾ ਭੀੜਾ ਦਰਵਾਜ਼ਾ ਜਿਹਨੂੰ ਕਹਿ ਦਿੰਦੇ ਆਪਾਂ, ਤੇ ਜੇ ਤੁਹਾਡੀ ਮੱਝ ਮਰ ਗਈ ਕੱਢੋਗੇ ਕਿਵੇਂ? ਤੇ ਬੀਬੀ ਨੇ ਉਵੇਂ ਅੱਧ ਗੁੱਝਾ ਜਿਹਾ ਆਟਾ ਜਿਵੇਂ ਵੀ ਪਾਣੀ ਧਾਨੀ ਸੀਗਾ ਉਹਦੀ ਝੋਲੀ ਪਾਤਾ। ਤੇ ਉਹ ਕਿਸੇ ਨੇ ਪੁੱਛਿਆ ਰਾਹ ਦੇ ਵਿੱਚ ਹਨੇਰੇ ਹੋਏ ਕੀ ਆਹ ਕੀ ਭਾਈ ਤੇਰਾ ਚੋਂਦਾ ਜਾਂਦਾ ਤੇਰੀ ਝੋਲੀ ਦੇ ਵਿੱਚ? ਉਹ ਕਹਿੰਦਾ ਜ਼ੁਬਾਨ ਦਾ ਰਸ ਆ ਭਾਈ। ਗੁਰਦਾਸ ਮਾਨ ਨੂੰ ਕਹਿੰਦੇ ਨਹੀਂ ਮਿਲਿਆ ਐਲਾਨਿਆ ਮਾਨ ਸਨਮਾਨ। ਪ੍ਰਵੀਨ ਜੀ, ਬਿਲਕੁਲ ਜਿਹੋ ਜੀ ਤੁਸੀਂ ਬਾਤ ਤੱਕ ਸੁਣਾ ਕੇ ਕਹਾਣੀ ਸੁਣਾ ਕੇ ਸਾਂਝੀ ਕੀਤੀ ਹੈ, ਇਹੋ ਜਿਹੀਆਂ ਕਿੰਨੀਆਂ ਕਹਾਣੀਆਂ ਪ੍ਰਚਲਿਤ ਨੇ। ਇਸੇ ਤਰ੍ਹਾਂ ਦੀ ਇੱਕ ਕਹਾਣੀ ਚੱਲਦੀ ਆ ਕਿ ਦਰ ਦੇ ਉੱਤੇ ਕੋਈ ਸਾਧ ਦੇ ਰੂਪ ਦੇ ਵਿੱਚ ਬੰਦਾ ਆਉਂਦਾ ਤੇ ਮਾਈ ਕਹਿੰਦੀ ਕਿ ਭਾਈ ਹਲੇ ਖੀਰ ਰਿੱਝ ਰਹੀ ਆ, ਥੋੜਾ ਜਿਹਾ ਤੈਨੂੰ ਇੰਤਜ਼ਾਰ ਕਰਨਾ ਪਊਗਾ, ਰੁਕ ਜਾ। ਠੀਕ ਹੈ। ਉਹ ਕਹਿੰਦਾ ਮਾਈ ਤੇਰੇ ਘਰ ਕਮਾਉਣ ਵਾਲਾ ਕੌਣ ਆ, ਹਨਾ, ਕਿੱਥੋਂ ਆਉਂਦੇ ਦਾਣੇ ਪੱਕੇ? ਕਹਿੰਦੀ ਬਸਦਾ ਰਹੇ ਮੇਰਾ ਸਿਰ ਦਾ ਸਾਈਂ, ਕਹਿੰਦੀ ਕਿ ਉਹ ਚੰਗੀ ਮਿਹਨਤ ਕਰਦਾ। ਕਹਿੰਦਾ ਮਾਈ ਜੇ ਉਹ ਮਰ ਜਾਵੇ? ਓ ਅੱਛਾ। ਤੇ ਉਹ ਕਹਿੰਦੀ ਕਿ ਕੋਈ ਨਾ ਭਾਈ, ਜੇ ਰੱਬ ਦਾ ਭਾਣਾ, ਜੇ ਉਹਦੀ ਲੈਣੀ ਹੋਊਗੀ ਜਦੋਂ ਆਊਗੀ ਤਾਂ ਜਾਣਾ ਹੀ ਆ ਉਹਨੇ। ਕਹਿੰਦੀ ਫੇਰ ਮਾਈ ਤੇਰੇ ਕੌਣ ਕਮਾਉ? ਕਹਿੰਦੀ ਮੇਰਾ ਮਤਲਬ ਸਰੂ ਵਰਗਾ ਲੰਬਾ ਝੰਮਾ ਪੁੱਤ ਹੈ, ਕਹਿੰਦੀ ਕਮਾਉਣ ਨੂੰ ਹੈਗਾ ਮੇਰਾ ਪੁੱਤ ਫਿਰ। ਤੇ ਕਹਿੰਦੀ ਮੈਂ ਹੁਣੇ ਉਹਦਾ ਵਿਆਹ ਕੀਤਾ। ਤੇ ਕਹਿੰਦਾ ਮਾਈ ਜੇ ਉਹ ਮਰ ਜਾਵੇ? ਓ ਅੱਛਾ। ਤੇ ਮਾਈ ਨੂੰ ਇੱਕ ਚੜੀ ਤੇ ਕੁਤਰੀ, ਫਿਰ ਉਹਨੇ ਸੋਚਿਆ ਸਾਧ ਹੈ ਨਾ, ਤੇ ਉਹ ਕਹਿੰਦੀ ਕਿ ਕੋਈ ਨਾ ਭਾਈ, ਫਿਰ ਭਾਣਾ ਤਾਂ ਮੰਨਣਾ ਪਊਗਾ, ਮੈਂ ਕੀ ਕਰੂੰਗੀ ਫਿਰ ਉੱਥੇ, ਰੱਬ ਮੂਹਰੇ ਕਿਹਦਾ ਬਸ ਹੈ। ਕਿ ਕੋਈ ਨਾ, ਫਿਰ ਜਿਹੇ ਜਾ ਮੈਂ ਵਕਤ ਕੱਟ ਲੂੰਗੀ, ਗਾਹਾਂ ਮੇਰੇ ਪੋਤਾ ਪੋਤੀ ਹੈਗੇ ਨੇ ਛੋਟੇ ਛੋਟੇ, ਉਹ ਪਲ ਜਾਣਗੇ, ਉਹਨਾਂ ਨੂੰ ਪਾਲ ਲੂੰਗੀ, ਫਿਰ ਉਹ ਕਮਾ ਲੈਣਗੇ। ਕਹਿੰਦਾ ਮਾਈ ਜੇ ਉਹ ਵੀ ਮਰ ਜਾਣ? ਅੱਛਾ, ਸਾਧ ਨਹੀਂ ਰੁਕਿਆ। ਫਿਰ ਮਾਈ ਨੂੰ ਗੁੱਸਾ ਚੜਿਆ, ਫਿਰ ਮਾਈ ਨਹੀਂ ਰੁਕੀ। ਤੇ ਫਿਰ ਮਾਈ ਨੇ ਕਹਿੰਦੇ ਉਹ ਅੱਧ ਰਿੱਝੀ ਖੀਰ ਚੱਕੀ ਤੇ ਉਹਦੀ ਝੋਲੀ ਚ ਪਾਤੀ। ਤੇ ਹੁਣ ਉਹ ਝੋਲੀ ਚੱਕੀ ਤੇ ਉਹ ਪਾਣੀ ਖੀਰ ਦਾ ਅੱਡ ਤੇ ਦੁੱਧ ਅੱਡ, ਤੇ ਉਹ ਰਸਦਾ ਜਾਂਦਾ ਤੇ ਲੋਕ ਪੁੱਛਦੇ ਕਿਹਾ ਕੀ? ਕਹਿੰਦਾ ਮੇਰੀ ਜ਼ੁਬਾਨ ਦਾ ਰਸ ਡੁੱਲਦਾ ਜਾਂਦਾ ਭਾਈ। ਸੋ ਇਹ ਜ਼ੁਬਾਨ ਦਾ ਰਸ ਗੁਰਦਾਸ ਮਾਨ ਦਾ ਇਹੋ ਜਿਹਾ ਕੈਨੇਡਾ ਦੀ ਧਰਤੀ ਤੇ ਡੁੱਲਿਆ ਕਿ ਪਾਕਿਸਤਾਨ ਤੱਕ ਰੁਕਿਆ ਨਹੀਂ, ਅਜੇ ਤੱਕ ਡੁੱਲ ਰਿਹਾ। ਸਰੀ ਖੇਤਰ ਦੇ ਵਿੱਚ, ਕੈਨੇਡਾ ਦੇ ਵਿੱਚ ਸਰੀ ਖੇਤਰ ਦੇ ਵਿੱਚ ਇੱਕ ਸ਼ੋਅ ਸੀ। ਠੀਕ ਹੈ ਜੀ। ਉਸ ਸ਼ੋਅ ਤੋਂ ਪਹਿਲਾਂ ਇੱਕ ਰੇਡੀਓ ਪ੍ਰੋਗਰਾਮ ਦੇ ਉੱਤੇ ਗੁਰਦਾਸ ਮਾਨ ਨੂੰ ਕੁਝ ਸਵਾਲ ਪੁੱਛੇ ਗਏ ਤੇ ਉੱਥੇ ਉਹਨੇ ਕਿਹਾ ਕਿ ਜੇ ਪੰਜਾਬੀ ਸਾਡੀ ਬੋਲੀ ਆ ਤਾਂ ਹਿੰਦੀ ਵੀ ਸਾਡੀ ਮਾਸੀ ਆ, ਉਹ ਤੋਂ ਪਰਹੇਜ਼ ਨਹੀਂ ਕਰਨਾ ਚਾਹੀਦਾ, ਹਿੰਦੀ ਨੂੰ ਵੀ ਪੂਰਾ ਮਾਨਤਾ ਦੇਣਾ ਚਾਹੀਦਾ। ਤੇ ਇਸ ਗੱਲ ਨੂੰ ਲੈ ਕੇ ਕੁਝ ਲੋਕਾਂ ਨੇ ਇਤਰਾਜ਼ ਪ੍ਰਗਟਾਏ। ਇੱਥੋਂ ਤੱਕ ਮਾਮਲਾ ਇਤਰਾਜ਼ ਤੱਕ ਸੀ ਜੀ, ਇੱਥੋਂ ਤੱਕ ਮਾਮਲਾ ਸਵਾਲ ਤੱਕ ਸੀ ਕਿ ਕੀ ਤੁਸੀਂ ਹੁਣ ਹਿੰਦੀ ਦੇ ਹੋ ਗਏ ਹੋ, ਕੀ ਤੁਸੀਂ ਪੰਜਾਬੀ ਵਸਾਰਤੀ, ਜਿਹੜੀ ਪੰਜਾਬੀ ਨੇ ਤੁਹਾਨੂੰ ਇੰਨਾ ਮਾਣ ਤਾਣ ਦਵਾਇਆ, ਇੰਨੀ ਪਹੁੰਚ ਦਵਾਈ, ਇੰਨਾ ਰੁਤਬਾ ਦਵਾਇਆ, ਤੁਸੀਂ ਉਹਦੀ ਥਾਂ ਤੇ ਹੁਣ ਦੂਸਰੀ ਭਾਸ਼ਾ ਨੂੰ। ਅਸੀਂ ਸਾਰੀਆਂ ਭਾਸ਼ਾਵਾਂ ਦਾ ਸਤਿਕਾਰ ਕਰਦੇ ਹਾਂ ਪ੍ਰਵੀਨ ਜੀ, ਹਰ ਭਾਸ਼ਾ ਦਾ ਆਪਣਾ ਇੱਕ ਰੁਤਬਾ, ਆਪਣਾ ਇੱਕ ਮਾਣ ਹੈ। ਜੇ ਪੰਜਾਬੀ ਸਾਡੀ ਮਾਂ ਬੋਲੀ ਹੈ ਤਾਂ ਹਿੰਦੀ ਵੀ ਕਿਸੇ ਦੀ ਬੋਲੀ ਹੈ। ਜੀ ਜੀ, ਠੀਕ ਹੈ ਨਾ, ਸਾਡਾ ਉਹਦੇ ਨਾਲ ਕੋਈ ਵਿਰੋਧ ਨਹੀਂ, ਜਾਂ ਹੋਰ ਸੂਬਿਆਂ ਦੀ ਭਾਸ਼ਾ ਨਾਲ ਵਿਰੋਧ ਨਹੀਂ, ਹਰ ਭਾਸ਼ਾ ਦਾ ਮਾਣ ਤਾਣ। ਪਰ ਆਪਣੀ ਵਿਸਾਰ ਕੇ ਤੁਸੀਂ ਦੂਸਰੀ ਨੂੰ ਗੱਲ ਲਾਓ ਤਾਂ ਏਦਾਂ ਨਹੀਂ ਨਾ ਸਰਦਾ। ਬਿਲਕੁਲ ਜੀ। ਸੋ ਇਸ ਗੱਲ ਦਾ ਰੋਸਾ ਉੱਥੇ ਦੇ ਲੋਕਾਂ ਚ ਆਇਆ। ਤੇ ਜਦੋਂ ਉਹਦਾ ਅਗਲਾ ਸਮਾਗਮ ਸੀ, ਜਿੱਥੇ ਉਹਨੇ ਸਟੇਜ ਸ਼ੋਅ ਕਰਨਾ ਸੀ, ਵੱਡਾ ਹਾਲ ਭਰਿਆ ਸੀ, ਉੱਥੇ ਇੱਕ ਸੱਜਣ ਨੇ ਉਹਨੂੰ ਸਿਰਫ ਰੋਸਾ ਪ੍ਰਗਟਾ ਕੇ ਪੋਸਟਰ ਦਿਖਾਇਆ। ਤੇ ਉਸ ਪੋਸਟਰ ਤੋਂ, ਸਟੇਜ ਤੋਂ ਗੁਰਦਾਸ ਮਾਨ ਦੇ ਜਿਹੇ ਜਿਹੇ ਸ਼ਬਦ ਸੀ, ਉਹ ਤੁਹਾਨੂੰ ਸਾਨੂੰ ਸਾਰਿਆਂ ਨੂੰ ਪਤਾ, ਜੋ ਉਹਦੇ ਲਈ ਉਹਨੇ ਕਿਹਾ ਉਹ ਉਸ ਕਤਾਹੀ ਨਾਲੋਂ ਕਈ ਗੁਣਾ ਵੱਡਾ ਸੀ, ਜਿਹਨੂੰ ਮਾਫ ਨਹੀਂ ਕੀਤਾ ਜਾ ਸਕਦਾ। ਹਉਮੈ ਸੀ। ਕੋਈ ਹਲਕਾ ਬੰਦਾ, ਕੋਈ ਸਧਾਰਨ ਬੰਦਾ, ਕੋਈ ਕਮਲਾ ਬੰਦਾ, ਕੋਈ ਬੇਰੁਤਬੇ ਵਾਲਾ ਬੰਦਾ ਇਹ ਗੱਲ ਕਹਿ ਦਿੰਦਾ ਤਾਂ ਲੋਕਾਂ ਨੇ ਵਿਸਾਰ ਦੇਣੀ ਸੀ ਕਿ ਯਾਰ ਇਹਦੀ ਕੀ ਹੁੰਦਾ। ਗੁਰਦਾਸ ਮਾਨ ਜਿਹੜਾ ਹਲੀਮੀ ਦਾ ਪੁੰਜ ਬਣਦਾ ਹੈ, ਜਿਹੜਾ ਨਿਮਰਤਾ ਦਾ ਪੁੰਜ ਬਣਦਾ ਹੈ, ਜਿਹੜਾ ਕਹਿੰਦਾ ਕਿ ਮੇਰੇ ਕੋਲ ਤਾਂ ਸ਼ਬਦ ਡੁੱਲ ਪੈਂਦੇ ਨੇ, ਮੈਂ ਜੁੱਤੀ ਤਾਰ ਕੇ ਸਰਸਵਤੀ ਮਾਤਾ ਦੀ ਪ੍ਰਾਰਥਨਾ ਕਰਕੇ, ਗਣੇਸ਼ ਜੀ ਪੂਜ ਕੇ, ਪਰਮਾਤਮਾ ਵਾਹਿਗੁਰੂ ਦਾ ਨਾਮ ਲੈ ਕੇ ਮੈਂ ਫੇਰ ਆਪਣੀ ਗਾਇਕੀ ਸ਼ੁਰੂ ਕਰਦਾ, ਤੇ ਉਹਦੇ ਮੂੰਹ ਚੋਂ, ਸਟੇਜ ਤੋਂ ਇਹੋ ਜਿਹੇ ਬੋਲ ਨਿਕਲਣ ਤੇ ਫੇਰ ਤਾਂ ਲੋਕਾਂ ਨੂੰ ਗੁੱਸਾ ਆਊਗਾ ਜੀ। ਬਿਲਕੁਲ ਜੀ, ਫਿਰ ਗੁੱਸਾ ਆਊਗਾ। ਤੇ ਉਹ ਗੁੱਸਾ ਇੱਥੋਂ ਤੱਕ ਫੁੱਟਿਆ ਕਿ ਉਹ ਤੋਂ ਬਾਅਦ ਉਹਦੇ ਸ਼ੋਅ ਰੱਦ ਹੋਣੇ ਸ਼ੁਰੂ ਹੋਏ। ਕੀ ਕੈਨੇਡਾ ਚ, ਕੀ ਪੰਜਾਬ ਚ, ਸਾਰੇ ਸ਼ੋਅ ਦੇ ਲਗਾਤਾਰ ਰੱਦ ਹੁੰਦੇ ਗਏ। ਤੇ ਕਿਸਾਨੀ ਅੰਦੋਲਨ ਚ ਵੀ ਸਟੇਜ ਤੇ ਚੜ੍ਹਨ ਨਹੀਂ ਦਿੱਤਾ। ਕਿਸਾਨ ਅੰਦੋਲਨ ਦੇ ਵਿੱਚ ਉਹ ਪਬਲਿਕ ਚ ਆ ਕੇ ਲੁੱਕ ਕੇ ਬੈਠਿਆ। ਜਦੋਂ ਪਤਾ ਲੱਗਣ ਤੇ ਕੁਝ ਨੇ ਕਿਹਾ ਕਿ ਸਟੇਜ ਤੇ ਲੈ ਜਾਂਦੇ, ਲੋਕ ਕਹਿੰਦੇ ਨਾ, ਸਟੇਜ ਤੇ ਜਾਣ ਜੋਗਾ ਨਹੀਂ ਹੋਣੇ। ਤੇ ਉੱਥੋਂ ਉਹਨੂੰ ਰੁਖਸਤ ਹੋਣਾ ਪਿਆ, ਹੈ ਨਾ। ਫਿਰ ਉਹਨੇ ਬਹੁਤ ਕਿਹਾ ਵੀ ਜਾ ਕੇ ਕਿ ਮੈਂ
ਪੰਜਾਬ ਲਈ ਆਹ ਕੀਤਾ ਬੋਲੀ। ਉਹ ਕਹਿੰਦੇ ਬਾਈ ਜੀ ਪੰਜਾਬ ਤੇ ਬੋਲੀ ਲਈ ਕੀ ਕੀਤਾ? ਤੁਸੀਂ ਆਪਣੇ ਟੱਬਰ ਲਈ ਕੀਤਾ। ਬੋਲੀ ਨੇ ਤੁਹਾਨੂੰ ਇੰਨਾ ਦੇਤਾ ਕਿ ਤੁਹਾਡੇ ਤੇ ਹੰਕਾਰ ਆ ਗਿਆ। ਇਸ ਬੋਲੀ ਕਰਕੇ ਕਮਾਇਆ ਤੁਸੀਂ, ਉਸੇ ਬੋਲੀ ਨੂੰ ਟਿੱਚ ਜਾਣਨ ਲੱਗ ਗਏ ਤੁਸੀਂ, ਉਸੇ ਬੋਲੀ ਨਾਲ ਮਾੜੇ ਬੋਲ ਬੋਲਣ ਲੱਗ ਗਏ, ਤੇ ਫਿਰ ਕਹਿੰਦੇ ਕਿ ਤੁਹਾਨੂੰ ਅਸੀਂ ਕਿਉਂ ਗੱਲ ਲਾਈਏ। ਸੋ ਪੰਜਾਬ ਦੇ ਮਨ ਚੋਂ ਰੋਸਾ ਅਜਿਹਾ ਪਨਪਿਆ ਤੇ ਉਮੀਦ ਜਾਗੀ ਕਿ ਸ਼ਾਇਦ ਦੇਰ ਨਾਲ ਦਰੁਸਤ ਕਰਨ ਜਾ ਰਹੇ ਨੇ। ਗੁਰਦਾਸ ਮਾਨ ਦਾ ਇੱਕ ਗੀਤ ਆ ਗਿਆ ਤੇ ਉਹ ਗੀਤ ਤੋਂ ਲੱਗਿਆ ਕਿ ਸ਼ਾਇਦ ਉਹਦੇ ਵਿੱਚ ਆਪਣੀ ਗਲਤੀ ਨੂੰ ਉਹ ਠੀਕ ਕਰਨ ਦੀ ਕੋਸ਼ਿਸ਼ ਕਰਨਗੇ, ਸੁਧਾਰਨ ਦੀ ਕੋਸ਼ਿਸ਼ ਕਰਨਗੇ ਤਾਂ ਕਿ ਰਾਹ ਖੁੱਲ ਜਾਵੇ। ਪਰ ਉਹ ਗੀਤ ਨੂੰ ਪੂਰੀਆਂ ਸੁਣਦਿਆਂ ਅਖੀਰ ਤੱਕ ਜਾਂਦਿਆਂ ਜਾਂਦਾ ਸਪਸ਼ਟ ਹੁੰਦਾ ਕਿ ਉਹਦਾ ਹੰਕਾਰ ਅਜੇ ਵੀ ਵੱਡਾ ਹੈ, ਉਹਦੀ ਹਉਮੈ ਅਜੇ ਵੀ ਵੱਡੀ ਹੈ। ਉਹ ਅਜੇ ਵੀ ਕਹਿੰਦਾ ਕਿ ਮੇਰਾ ਤੁਸੀਂ ਕੁਛ ਨਹੀਂ ਵਿਗਾੜ ਸਕਦੇ। ਸੋ ਉਸ ਹਉਮੈ ਦਾ ਅਸਰ ਸੀ ਕਿ ਕੈਨੇਡਾ ਦੇ ਵਿੱਚ ਇਸ ਵਾਰ ਫਿਰ ਜਦੋਂ ਮੈਂ ਉੱਥੇ ਸੀਗਾ ਤਦ ਫਿਰ ਇਹਨਾਂ ਦੇ ਕੁਝ ਸ਼ੋਅ ਰੱਖਣ ਦੀ ਤਿਆਰੀ ਹੋ ਗਈ ਸੀ। ਠੀਕ ਹੈ ਜੀ। ਧਿਰਾਂ ਨੇ ਇਹਨਾਂ ਨੂੰ ਦੁਬਾਰਾ ਸੱਦਣ ਦੀ ਕੋਸ਼ਿਸ਼ ਕੀਤੀ ਕਿਉਂਕਿ ਕਈ ਸੰਪਰਕ ਹੁੰਦੇ ਨੇ ਜਿਨ੍ਹਾਂ ਦੇ ਬਹਾਨੇ ਗੁਰਦਾਸ ਮਾਨ ਦੁਬਾਰਾ ਐਂਟਰੀ ਚਾਹੁੰਦਾ ਹੋਣਾ ਤੇ ਉਹਨਾਂ ਵੱਲੋਂ ਕੋਸ਼ਿਸ਼ ਹੁੰਦੀ ਆ ਤੇ ਕੁਝ ਧਿਰਾਂ ਫਿਰ ਸਵਾਲ ਖੜੇ ਕਰਦੀਆਂ ਨੇ। ਉੱਥੇ ਮੀਡੀਆ 'ਚ ਇੱਕ ਵਾਰ ਫਿਰ ਚਰਚਾ ਚੱਲਦੀ ਆ ਤੇ ਉਹ ਸ਼ੋਅ ਰੱਦ ਹੋ ਜਾਂਦੇ ਨੇ। ਸ਼ੋਅ ਰੱਖੇ ਜਾਣੇ ਤੇ ਰੱਦ ਹੋ ਜਾਣੇ ਇਹ ਇੱਕ ਆਮ ਵਰਤਾਰਾ। ਜੇ ਹੁਣ ਕਹਿ ਦਈਏ ਕਿ ਕੋਈ ਨਾ ਹੋ ਲਿਆ ਜੋ ਹੋਣਾ ਸੀ, ਹਾਂਜੀ, ਪਰ ਉਹ ਮਾਨਤਾਨ ਹੋ ਰਿਹਾ ਜਿਹੜਾ ਪਾਕਿਸਤਾਨ 'ਚ ਹੋਇਆ। ਇਹ ਜੱਗੋ 13ਵੀਂ ਨਹੀਂ ਹੋਈ, ਇਹ ਆਪਣੇ ਕਰਮਾਂ ਦਾ ਫਲ ਹੈ, ਇਹ ਆਪਣੀ ਜ਼ੁਬਾਨ ਦਾ ਰਸ ਹੈ। ਪਾਕਿਸਤਾਨ ਦੇ ਵਿੱਚ ਬਕਾਇਦਾ ਤੌਰ ਤੇ ਬਾਰਿਸ਼ ਸ਼ਾਹ ਇੰਟਰਨੈਸ਼ਨਲ ਅਵਾਰਡ ਦਿੱਤੇ ਜਾਂਦੇ ਆ ਜੀ। ਠੀਕ ਹੈ। ਸੰਸਥਾ ਇਹ ਬਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ ਜੀ, ਬਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ ਵੱਲੋਂ 3 ਸਨਮਾਨ ਐਲਾਨੇ ਗਏ। ਉਹਨਾਂ ਦੇ ਵਿੱਚੋਂ ਇੱਕ ਸਨਮਾਨ ਜਿਹੜਾ ਬਾਰਿਸ਼ ਇੰਟਰਨੈਸ਼ਨਲ ਅਵਾਰਡ ਸੀ ਉਹ ਗੁਰਦਾਸ ਮਾਨ ਨੂੰ ਪੰਜਾਬੀ ਬੋਲੀ ਦੇ ਵਿੱਚ, ਆਪਣੀ ਮਾਂ ਬੋਲੀ ਦੇ ਵਿੱਚ ਗਾਇਕੀ ਲਈ ਦਿੱਤਾ ਜਾਣਾ ਸੀ। ਠੀਕ ਹੈ। ਸਨਮਾਨ ਦੇ ਲਈ ਨਾ ਆਵੇ ਤਾਂ ਕੋਈ ਚੱਕਰ ਨਹੀਂ ਹੁੰਦਾ ਪ੍ਰਵੀਨ ਜੀ। ਨਾਮ ਆ ਕੇ ਵਾਪਸ ਹੋ ਜਾਵੇ, ਇਹ ਤੋਂ ਵੱਡੀ ਹੋਰ ਬੰਦੇ ਨਾਲ ਕੀ ਹੋਊਗੀ ਫਿਰ? ਇਦੋਂ ਵੱਡੀ ਹੱਦ ਤੱਕ ਹੈ। ਸੋ ਇਹ ਹੱਦ ਤੱਕ ਹੈ ਤੁਹਾਡੀ। ਹੁਣ ਇਹ ਤੁਹਾਡੀ ਤੁਹਾਨੂੰ ਆਪਣੀ ਜ਼ੁਬਾਨ ਦਾ ਰਸ ਦਾ ਨਤੀਜਾ ਮਿਲ ਰਿਹਾ ਕਿ ਬਕਾਇਦਾ ਤੌਰ ਤੇ ਬਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ ਨੇ ਇਨਾਮ ਐਲਾਨਤਾ ਗੁਰਦਾਸ ਮਾਨ ਦੇ ਲਈ। ਇਨਾਮ ਐਲਾਨਣ ਤੋਂ ਬਾਅਦ ਖਬਰਾਂ ਨਸਰ ਹੋ ਗਈਆਂ, ਮੀਡੀਆ 'ਚ ਖਬਰ ਆ ਗਈ। ਅਗਸਤ ਦੇ ਪਹਿਲੇ ਹਫ਼ਤੇ ਨਿਬੜਦੇ ਖਬਰ ਸੀ, 2-2.5 ਹਫ਼ਤੇ ਪਹਿਲਾਂ ਦੀ ਗੱਲ ਹੈ। ਤੇ ਇਸ ਤੋਂ ਬਾਅਦ ਇਹ ਗੱਲ ਪੰਜਾਬ 'ਚ ਵੀ ਤੁਰ ਪਈ ਤੇ ਕੈਨੇਡਾ ਦੀ ਧਰਤੀ ਤੇ ਵੀ ਤੁਰ ਪਈ। ਤੇ ਉਹ ਕੈਨੇਡਾ ਦੀ ਧਰਤੀ ਤੋਂ ਤੁਰੀ ਹੋਈ ਗੱਲ ਸਰੀ 'ਚ ਰੋਸ ਮੁਜ਼ਾਹਰਾ ਵੀ ਹੋ ਗਿਆ, ਵਿਰੋਧ ਵੀ ਹੋ ਗਿਆ, ਰੋਸੇ ਖਬਰਾਂ ਟੀਵੀਆਂ ਤੇ ਵੀ ਆ ਗਏ ਤੇ ਉਹਦਾ ਸੁਨੇਹਾ ਬਾਰਿਸ਼ ਸ਼ਾਹ ਆਲਮੀ ਫਾਊਂਡੇਸ਼ਨ ਨੂੰ ਵੀ ਪਹੁੰਚ ਗਿਆ ਤੇ ਉਹਨਾਂ ਨੇ ਤੁਰੰਤ ਆਪਣਾ ਫੈਸਲਾ ਵਾਪਸ ਲੈ ਲਿਆ ਕਿ ਜਿਹੜਾ ਮਾਂ ਬੋਲੀ ਦਾ ਨਹੀਂ ਫਿਰ ਅਸੀਂ ਕਿਉਂ ਮਾਣ ਦੇਵਾਂਗੇ ਜੀ। ਆਪਣੀ ਗਲਤੀ ਸੁਧਾਰ ਕੇ ਜਿੱਡਾ ਉਹਦਾ ਕੰਮ ਸੀ ਜੀ, ਉਸ ਕੰਮ ਦੇ ਮੂਹਰੇ ਉਹ ਇੱਕ ਲਾਈਨ ਉਸ ਨੂੰ ਸਾਰੀ ਉਮਰ ਦੇ ਲਈ ਧੋ ਕੇ ਰੱਖ ਗਈ। ਤੇ ਪਰ ਉਹਦੇ ਲਈ ਅਜੇ ਵੀ ਉਹ ਜੇਕਰ ਉਸੇ ਰਾਹ ਤੋਂ ਵਾਪਸ ਆਉਂਦਾ ਜਿਹੜੇ ਰਾਹ ਤੋਂ ਗਲਤੀ ਕਰਕੇ ਗਿਆ ਸੀ, ਸ਼ਾਇਦ ਲੋਕ ਮਾਫ ਕਰ ਦਿੰਦੇ। ਆਪਣੀ ਗਲਤੀ ਮੰਨੋ ਤਾਂ ਸਹੀ, ਕਬੂਲ ਤਾਂ ਕਰ ਲਓ, ਕਿਸੇ ਤੋਂ ਵੀ ਗੁਨਾਹ ਹੋ ਸਕਦਾ। ਬੰਦਾ ਗਲਤੀਆਂ ਦਾ ਮਤਲਬ ਪਹੁੰਚਿਆ ਤੇ ਕਰ ਦੇਵੇ ਗਲਤੀ ਤਾਂ ਫਿਰ ਗੁਨਾਹ ਮੰਨ ਵੀ ਲਓ। ਤੇ ਪੰਜਾਬ ਦਰਿਆ ਦੇ ਲਈ ਆ, ਪੰਜਾਬੀ ਦਰਿਆ ਦਿਲ ਨੇ, ਪਰ ਉਸ ਰਾਹ ਤੇ ਵੀ ਆਉਣ ਲਈ ਤਿਆਰ ਨਹੀਂ ਹੋਇਆ ਜਿਹਦਾ ਨਤੀਜਾ ਇਸ ਦਰ ਤੋਂ ਵੀ ਤੇ ਉਸ ਦਰ ਤੋਂ ਵੀ ਹੈ ਨਾ। ਚਾਹੇ 7 ਸਮੁੰਦਰ ਪਾਰ ਵਾਲਾ ਪੰਜਾਬ ਹੋਵੇ, ਚਾਹੇ ਲਹਿੰਦਾ ਪੰਜਾਬ ਹੋਵੇ, ਚਾਹੇ ਚੜ੍ਹਦਾ ਪੰਜਾਬ ਹੋਵੇ, ਸਾਰੇ ਪਾਸੇ ਵਿਸਾਰਿਆ ਹੋਇਆ ਗੁਰਦਾਸ ਮਾਨ ਹੁਣ ਆਪਣੇ ਘਰੀ ਬੈਠ ਕੇ ਸੋਚੂਗਾ ਸਹੀ ਕਿ ਆਹ ਮਾਣ, ਇਹ ਸਨਮਾਨ ਮੈਨੂੰ ਮਿਲਦਾ ਕਿਉਂ ਰਹਿ ਗਿਆ? ਇਹ ਕਿੱਥੇ ਮੇਰਾ ਜ਼ੁਬਾਨ ਦਾ ਰਸ ਚੋਰਿਆ? ਮੈਂ ਕਿਹੜੇ ਮਾੜੇ ਬੋਲ ਬੈਠਿਆ ਜਿਹਦੇ ਕਾਰਨ ਮੈਂ ਜਾਂਦੀ ਉਮਰੇ ਹੁਣ ਆ ਭੋਗ ਕੇ ਜਾ ਰਿਹਾ। ਜਿਵੇਂ ਬਾਦਲਾਂ ਲਈ ਕਿਹਾ ਜਾਂਦਾ ਉਵੇਂ ਗੁਰਦਾਸ ਮਾਨ ਲਈ ਵੀ ਹੁਣ ਸੋਚਣ ਦੀ ਘੜੀ ਆ। ਪੰਜਾਬੀਆਂ ਦੇ ਬਾਰੇ ਸ਼ਰਮਾ ਜੀ ਕਿਹਾ ਜਾਂਦਾ ਕਿ ਇਹ ਟੈਂ ਨਹੀਂ ਮੰਨਦੇ ਕਿਸੇ ਦੀ। ਇਹੀ ਗੁਰਦਾਸ ਮਾਨ ਜੇ ਉੱਥੇ ਖੇਦ ਪ੍ਰਗਟਾ ਦਿੰਦਾ ਕਿ ਮੈਥੋਂ ਰੇਡੀਓ ਹੋਸਟ ਨੇ ਪੁੱਛਿਆ ਸੀ ਸਵਾਲ ਅਸਲ ਦੇ ਵਿੱਚ ਜਿੱਥੋਂ ਇਹ ਗੱਲ ਸ਼ੁਰੂ ਹੋਈ ਸੀ, ਪਤਾ ਮੈਨੂੰ ਸਾਰਾ ਪਤਾ ਜੀ, ਉੱਥੇ ਜੇਕਰ ਇੱਕ ਹਲੀਮੀ ਵਾਲਾ ਲਫ਼ਜ਼ ਹੁੰਦਾ ਤੇ ਸ਼ਾਇਦ ਇੱਥੋਂ ਤੱਕ ਗੱਲ ਨਾ ਹੁੰਦੀ। ਪਰ ਗਾਣੇ ਵਾਲਾ ਜਿਹੜਾ ਤੁਸੀਂ ਕਿਹਾ ਉਹ ਤਾਂ ਫਿਰ ਸਿਰਾ ਹੀ ਹੋ ਗਿਆ, ਹੰਕਾਰ ਦਾ ਸਿਖਰ ਹੀ ਹੋ ਗਿਆ ਕਿ ਬਈ ਹਮ ਤਾਂ ਐਸੇ ਹੀ ਕरेंगे ਫਿਰ। ਤੇ ਉਹ ਪੰਜਾਬੀ ਜਿਹਨੂੰ ਤੁਹਾਨੂੰ ਪਤਾ ਹੀ ਅੱਖਾਂ ਤੇ ਬਿਠਾਉਣ ਲੱਗੇ ਉਹਨੂੰ ਮਿੰਟ 'ਚ ਹੀ ਬਿਠਾ ਲੈਂਦੇ ਤੇ ਜੇ ਲਾਉਣ ਲੱਗੇ ਹੁਣ ਤੇ ਫਿਰ ਸਕਿੰਟ 'ਚ ਹੀ ਲਾ ਲੈਂਦੇ।